ठीक है जी, दिस इज ऑल अबाउट द क्वेश्चन। स्क्रीनशॉट क्लिक कर लो। नेक्स्ट क्वेश्चन है, दिख रहा है जी? नेक्स्ट क्वेश्चन दिख रहा है। सेकंड ਦਾ ਕੋਈ ਵੀ ਪਾਰਟ ਬੋਲ ਦੋ, ਸੈਕਿੰਡ ਕੁਐਸਚਨ ਦਾ ਕੋਈ ਵੀ ਪਾਰਟ ਬੋਲ ਦੋ ਜਿਹੜਾ ਵੀ ਤੁਹਾਨੂੰ ਲੱਗਦਾ ਕਿ ਨਹੀਂ ਹੋ ਰਿਹਾ। ਸੈਕਿੰਡ ਕੁਐਸਚਨ ਦਾ ਕੋਈ ਵੀ ਪਾਰਟ ਗਾਇਸ, ਕੁਇਕ। ਹਾਂਜੀ, ਸਭ ਦਾ ਹੋ ਗਿਆ ਸੀ। ਬਾਕੀ ਬੱਚੇ, ਦੋ ਹੀ ਬੱਚੇ ਬੋਲ ਰਹੇ ਆ ਬਾਕੀ। ਸੈਕਿੰਡ ਕੁਐਸਚਨ ਸਾਰਾ मतलब सेकंड हो गया सीगा, मैं मान के चला। ठीक है, थर्ड क्वेश्चन देखो। क्लासिफाई द फॉलोइंग सिस्टम ऑफ इक्वेशन एज कंसिस्टेंट एंड और इनकंसिस्टेंट। देखो मैं ਤੁਹਾਨੂੰ ਉਸ ਦਿਨ ਵੀ ਦੱਸਿਆ ਸੀਗਾ, ਦੋ ਤਰ੍ਹਾਂ ਦੀਆਂ ਇਕੁਏਸ਼ਨਸ ਐਗਜ਼ਿਸਟ ਕੀਤੀਆਂ ਜਾਂਦੀਆਂ। ਫਰਸਟ ਕੰਸਿਸਟੈਂਟ, ਸੈਕਿੰਡ ਇਨਕੰਸਿਸਟੈਂਟ। ਕੰਸਿਸਟੈਂਟ ਉਹ ਜਿਨ੍ਹਾਂ ਦਾ ਕੋਈ ਸੋਲੂਸ਼ਨ ਐਗਜ਼ਿਸਟ ਕਰੇ, ਜਾਂ ਯੂਨੀਕ ਕਰੇ ਜਾਂ ਇਨਫਾਈਨਾਈਟਲੀ ਮੈਨੀ ਕਰੇ। ਇਨਕੰਸਿਸਟੈਂਟ ਸੋਲੂਸ਼ਨ ਜਿਨ੍ਹਾਂ ਦਾ ਕੋਈ ਸੋਲੂਸ਼ਨ ਐਗਜ਼ਿਸਟ ਨਾ ਕਰੇ, ਹੈ ਨਾ। ਕਹਿੰਦਾ ਅਗਰ ਕੰਸਿਸਟੈਂਟ ਹੈ ਤਾਂ ਉਹਨਾਂ ਨੂੰ ਸੋਲਵ ਕਰੋ। ਦੇਖੋ ਆਪਾਂ ਇਹਦਾ ਕੋਈ ਵੀ ਪਾਰਟ ਚੱਕ ਲੈਂਦੇ ਹਾਂ। ਮੈਂ ਥਰਡ ਪਾਰਟ ਲੈ ਲੈਣਾ। ਥਰਡ ਪਾਰਟ ਦਾ ਮੈਨੂੰ ਸਟੇਟਮੈਂਟ ਲਿਖਵਾਓਗੇ? ਵੇਟ ਅ ਮਿੰਟ, ਵੇਟ ਅ ਮਿੰਟ। ਕਿੰਨਾ ਜੀ? x plus is equal to 5। next 3x is equal to xy। अच्छा 6y, मैं क्या xy कितों आ गया? is equal to 15। next is जल्दी जल्दी। अच्छा दो ही ने। अगर ਤੁਸੀਂ ਇਹਦਾ a ਲਿਖੋਗੇ that will be 1 2 3 6, ਇਹੀ ਹੋਏਗਾ। x ਸਾਰਿਆਂ ਨੂੰ ਹੀ ਸ਼ੋ ਹੋ ਰਿਹਾ ਹੈ। ਹੁਣ ਦੇਖੋ, ਹੁਣ ਹੋ ਰਿਹਾ ਹੈ। ਓਕੇ ਵੇਟ ਅ ਮਿੰਟ। ਹੁਣ ਦੇਖੋ, ਹੁਣ ਉਹੀ ਹੋ ਰਿਹਾ ਹੈ। it's xy and b is actually 515। ਇੰਨਾ ਕਲੀਅਰ ਹੈ ਜੀ। ਇਫ ਯੂ ਵਾਂਟ ਟੂ ਫਾਈਂਡ ਫਸਟ ਇਨਵਰਸ, ਇਨਵਰਸ ਕਰਨ ਲਈ ਤੁਹਾਨੂੰ ਪਹਿਲਾਂ ਕੀ ਚਾਹੀਦਾ? ਡਿਟਰਮੀਨੈਂਟ। 6 ਮਾਈਨਸ 6, ਡਿਟਰਮੀਨੈਂਟ 0 ਆ ਗਿਆ। ਡਿਟਰਮੀਨੈਂਟ 0 ਆ ਗਿਆ, ਯੈਸ ਔਰ ਨੋ? ਮੈਂ ਕੱਲ ਦੱਸਿਆ ਸੀ ਅਗਰ ਡਿਟਰਮੀਨੈਂਟ 0 ਆ ਗਿਆ, ਹਾਂ ਅਗਰ ਡਿਟਰਮੀਨੈਂਟ 0 ਆ ਗਿਆ ਤਾਂ ਤੁਹਾਡੇ ਕੋਲ ਦੋ ਕੇਸਿਸ ਬਣਦੇ ਨੇ। ਜਾਂ ਤਾਂ ਉਹਦਾ ਹੋਏਗਾ ਇਨਫਾਈਨਾਈਟਲੀ ਮੈਨੀ ਸੋਲੂਸ਼ਨ, ਜਾਂ ਹੋਏਗਾ ਨੋ ਸੋਲੂਸ਼ਨ। ਉਹ ਆਪਾਂ ਅੱਗੇ ਕੱਢ ਕੇ ਦੇਖਾਂਗੇ। ਜਾਂ ਤਾਂ ਇਨਫਾਈਨਾਈਟਲੀ ਮੈਨੀ ਸੋਲੂਸ਼ਨਸ ਆਣਗੇ ਜਾਂ ਨੋ ਸੋਲੂਸ਼ਨ ਆਏਗਾ, ਯੂਨੀਕ ਸੋਲੂਸ਼ਨ ਨਹੀਂ ਆਏਗਾ ਕੋਈ ਅਗਰ ਡਿਟਰਮੀਨੈਂਟ 0 ਹੈ। ਫਿਰ ਆਪਾਂ ਕੀ ਕਰਦੇ ਹੁੰਦੇ ਸੀ? y ਨੂੰ ਕੀ ਪੁੱਟ ਕਰ ਲੈਂਦੇ ਸੀ? k। ਪੁੱਟ y ਇਜ਼ ਇਕੁਅਲ ਟੂ k। ਇਕੁਏਸ਼ਨ ਦੇ ਵਿੱਚ ਕੀ ਚੇਂਜ ਆਇਆ? x plus 2k, sorry, is equal to 5। x is equal to 5 minus 2k। ਸੋ ਦੋ ਵੈਲਿਊਜ਼ ਆ ਗਈਆਂ ਤੁਹਾਡੇ ਕੋਲ। ਇੱਕ ਆ ਗਈ y ਇਕੁਅਲ ਟੂ k, ਇੱਕ ਆ ਗਈ x is equal to 5 minus 2k। ਦੈਟਸ ਇਟ, ਦਿਸ ਇਜ਼ ਯੋਰ ਸੋਲੂਸ਼ਨ। ਇਹੀ ਆਨਸਰ ਆ ਰਿਹਾ। ਇਹ ਕੰਸਿਸਟੈਂਟ ਹੋਈਆਂ ਬੇਟੇ ਕਿਉਂਕਿ ਡਿਪੈਂਡੈਂਟ ਨੇ। ਡਿਪੈਂਡੈਂਟ ਨੇ ਤਾਂ ਇਨਫਾਈਨਾਈਟਲੀ ਮੈਨੀ ਸੋਲੂਸ਼ਨਸ ਨੇ। ਇਨਫਾਈਨਾਈਟਲੀ ਮੈਨੀ ਸੋਲੂਸ਼ਨ ਨੇ ਤਾਂ ਘੱਟੋ ਘੱਟ ਮੈਂ ਕੀ ਕਿਹਾ ਸੀ, ਕੰਸਿਸਟੈਂਟ ਹੁੰਦੇ ਜਿਨ੍ਹਾਂ ਦਾ ਕੋਈ ਨਾ ਕੋਈ ਇੱਕ ਸੋਲੂਸ਼ਨ ਐਗਜ਼ਿਸਟ। ਇੱਧਰ ਤਾਂ ਨੰਬਰ ਆਫ ਸੋਲੂਸ਼ਨ ਐਗਜ਼ਿਸਟ ਕਰ ਰਹੇ ਆ ਤਾਂ ਇਹ ਕੰਸਿਸਟੈਂਟ ਨੇ। ਇਸੇ ਕੁਐਸਚਨ ਦਾ ਸੈਕਿੰਡ ਪਾਰਟ ਲਓ ਜੀ। ਨੈਕਸਟ ਕੁਐਸਚਨ ਇਜ਼, ਬੋਲੋ ਸਟੇਟਮੈਂਟ ਬੋਲੋ।
ओके बस ए कितना आ गया जी, इट्स 2 3 -2 6 -4 एक्सेस ਜਿਹੜੇ ਵੇਰੀਏਬਲਸ ਨੇ ਦੀ ਉਹਦੇ ਵਿੱਚ एक्स वाई एंड बी इज 410। सोफिया निखिल समझ आ रहे हैं? निखिल निखिल है क्लास च? ओके कोफैक्टर्स आर -4 6 -2 3 प्लस माइनस माइनस प्लस ये आगे जी कोफैक्टर्स adjoint of A is -4 -6 2 3 the transpose, this implies -4 -6 2 3। इनवर्स कितना आ गया जी? ओह सॉरी 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 मैं भी पागल हाँ, ये तो करना ही नहीं सी क्योंकि डिटर्मिनेंट ही जीरो आ गया। ओहो वेट अ मिनट, ये तो करना ही नहीं सी बेटे हले आपा, ये तो गलती होगी बहुत बड़ी। अगर ये तो डिटर्मिनेंट जीरो आ गया, दिस इम्प्लाइज यू हैव टू टेक वाई एज के, क्योंकि दो केसेस राइज हो रहे हैं ना, तो वाई ਨੂੰ ਆਪਾਂ ਕੀ ਲਵਾਂਗੇ ਐਜ਼ ਅ ਕੇ। ਅਗਰ ਲਿਆ 3x - 2k इज इक्वल टू 4, 3x इज इक्वल टू 4 + 2k, x इज इक्वल टू 4 + 2k बाय 3। एम आई राइट? समझ आ रही है? y आ गया k, x आ ਗਿਆ 3k। ਅੱਛਾ ਅਗਰ ਤੁਸੀਂ ਵੈਰੀਫਾਈ ਕਰਨਾ ਹੈ ਨਾ ਕਿ ਐਕਚੁਅਲ ਸੋਲੂਸ਼ਨ ਹੈ ਜਾਂ ਨਹੀਂ, ਉਹਨੂੰ ਸੈਕਿੰਡ ਇਕੁਏਸ਼ਨ ਚ ਪੁੱਟ ਕਰਕੇ ਦੇਖ ਲਓ 6 × 4 + 2k over 3 -4 × k is equal to 10, 3 2s are 6, 8 + 4k - 4k is equal to 10। 4k ਨਾਲ 4k cancel, 8 is equal to 10, this is not possible, so y ਤੇ k x is equal to this, these are no solution। तो ਇਹਦਾ ਕੋਈ ਵੀ ਸੋਲੂਸ਼ਨ ਐਗਜ਼ਿਸਟ ਨਹੀਂ ਕਰਦਾ ਕਿਉਂਕਿ ਇਹ ਦੋਨਾਂ ਦਾ ਸੋਲੂਸ਼ਨ ਨਹੀਂ ਹੈ। ਆਨਸਰ ਕੀ ਆ ਰਿਹਾ ਹੈ? ਹਾਂਜੀ ਬੇਟੇ ਜਦੋਂ ਤੁਹਾਡੇ ਕੋਲ ਡਿਟਰਮੀਨੈਂਟ ਜ਼ੀਰੋ ਆ ਗਿਆ ਦੈਨ ਯੂ ਹੈਵ ਟੂ ਟੇਕ ਵਨ ਵੇਰੀਏਬਲ ਐਜ਼ ਕੇ। ਤੁਹਾਡੇ ਕੋਲ ਆਨਸਰਸ ਆਣਗੇ ਐਕਸ ਵਾਈ ਦੀ ਵੈਲਿਊ ਤੇ ਜ਼ੈਡ ਦੀਆਂ ਵੈਲਿਊਜ਼। ਜਦੋਂ ਤੁਹਾਡੇ ਕੋਲ ਆ ਗਈ ਤੁਸੀਂ ਉਹਨੂੰ ਸੈਕਿੰਡ ਇਕੁਏਸ਼ਨ ਦੇ ਵਿੱਚ ਜਿੰਨੀ ਵੀ ਬਚੀ ਇਕੁਏਸ਼ਨ ਉਹਦੇ ਵਿੱਚ ਇੱਕ ਵਾਰੀ ਪੁੱਟ ਕਰਕੇ ਜ਼ਰੂਰ ਦੇਖਿਓ ਕਿ ਉਹ ਸੈਕਿੰਡ ਨੂੰ ਵੀ ਸੈਟੀਸਫਾਈ ਕਰ ਰਿਹਾ ਕਿ ਨਹੀਂ ਕਰ ਰਿਹਾ। ਜਿਵੇਂ ਪਿਛਲਾ ਕੁਐਸਚਨ ਸੀਗਾ ਤੁਸੀਂ ਕਰਕੇ ਦੇਖਿਓ ਕਰ ਰਿਹਾ ਹੋਏਗਾ, ਪਰ ਇਹ ਵਾਲਾ ਨਹੀਂ ਕਰ ਰਿਹਾ, ਸੋ ਦਿਸ ਇੰਪਲਾਈਜ਼ ਕਿ ਆਹ ਇਹਦਾ ਤਾਂ ਸੋਲੂਸ਼ਨ ਹੈ ਪਰ ਇਹਦਾ ਨਹੀਂ ਹੈ। ਸੋਲੂਸ਼ਨ ਦਾ ਮਤਲਬ ਕੀ ਹੁੰਦਾ ਜਿਹੜਾ ਦੋਨਾਂ ਨੂੰ ਸੈਟੀਸਫਾਈ ਕਰੇ, ਇਹਦਾ ਮਤਲਬ ਇਹ ਥੋੜਾ ਨਾ ਕਿ ਇੱਕ ਨੂੰ ਸੈਟੀਸਫਾਈ ਕਰੇ ਦੂਸਰੀ ਨੂੰ ਕਰੇ ਨਾ। ਸੋ ਦਿਸ ਇੰਪਲਾਈਜ਼ ਇਟ ਹੈਜ਼ ਨੋ ਸੋਲੂਸ਼ਨ, ਇਹਦਾ ਆਨਸਰ ਨੋ ਸੋਲੂਸ਼ਨ ਹੀ ਆ ਰਿਹਾ। इनकंसिस्टेंट मतलब वही नो सॉल्यूशन ना, इनकंसिस्टेंट मतलब नो सॉल्यूशन। क्लियर है? हाँ जी कोई डाउट किसी ਨੂੰ बेटे जल्दी जल्दी दस दो। रोहित, गगन, चेष्टा, प्राची, ओके ठीक है जी। ਹੁਣ ਥੋੜਾ ਜਿਹਾ ਕਲੀਅਰ ਹੋ ਰਿਹਾ ਕਨਸੈਪਟ ਕਿ ਨਹੀਂ? ਕੰਸਿਸਟੈਂਟ ਸੋਲੂਸ਼ਨ ਜਿਹੜੇ ਸਪੋਜ਼ ਨੋ ਜਿਨ੍ਹਾਂ ਦਾ ਵਿੱਚ ਯੂਨੀਕ ਸੋਲੂਸ਼ਨ ਜਾਂ ਇਨਫਾਈਨਾਈਟਲੀ ਮੈਨੀ ਸੋਲੂਸ਼ਨ ਆ ਰਿਹਾ, ठीक है। इनकंसिस्टेंट जिदा कोई सोल्यूशन एग्जिस्ट नहीं कर रहा, यू हैव टू टेक एक्स वाई, फाइंड आउट एक्स वाई, देन पुट इट इन द सेकंड इक्वेशन। अगर उन्होंने सेटिस्फाई कर रहे हैं तो आंसर सही है, अदरवाइज ये तो कोई सोल्यूशन एग्जिस्ट नहीं करता। सिमरन समझ आया? अर्श? हाँ जी मनप्रीत, मनप्रीत कौर, मनप्रीत है क्लास च?
फिर उन्होंने मेरा मेरा भी नहीं सुन रहे होना। ओके 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 ओके। जुगराज सिंह। हाँ जी, नेक्स्ट क्वेश्चन करिए। नेक्स्ट क्वेश्चन कोई बोलेगा ਜਿਹੜਾ ਲੱਗਦਾ ਕਿ ਉਹਨਾਂ ਤੋਂ ਸੋਲਵ ਨਹੀਂ ਹੋਇਆ ਔਰ ਸ਼ਾਇਦ ਮੈਨੂੰ ਕਰਨਾ ਚਾਹੀਦਾ ਹੈ ਕੋਈ ਕੁਐਸਚਨ ਕਿਸੇ ਦਾ ਬੇਟੇ ਉਸ ਤੋਂ ਬਾਅਦ ਕਿਉਂਕਿ ਆਲਮੋਸਟ ਬਾਕੀ ਤਾਂ ਉਹੀ ਨੇ ਤਾਂ 2/2 ਸੀ 3/3 ਕਰਕੇ ਦੇਖੀਏ ਕੋਈ 3/3 ਵਾਲਾ ਕਰਕੇ ਦੇਖਦੇ ਜਿਹੜਾ ਇਨਕੰਸਿਸਟੈਂਟ ਹੋਵੇ ਕਿਸੇ ਨੂੰ ਪਤਾ ਕੋਈ ਬੋਲਣਾ ਬੋਲਣਾ ਸਿਮਰਨ ਬੋਲਣਾ ਸਿਮਰਨ हाँ हाँ ओके इक्वल टू अच्छा माइनस 8 देखो जी फर्स्ट मेन स्टेप इज टू फाइंड ए इज एक्चुअली कोफिशिएंट्स 1 1 3 नेक्स्ट डे 1 -3 नेक्स्ट डे 5 -3 3 check whether the determinant is equal to 0 or not देखिए डिटर्मिनेंट चो किसी को कोई प्रॉब्लम तो नहीं है डिटर्मिनेंट तो कर लोगे -9 3 + 15 -3 + 15 -18 -18 + 3 into 12 -36 + 36 इज इक्वल टू 0 हाँ जी कितने बेटे इतने पक्का बेटे माइनस ही आऊगा नहीं तो फिर जीरो ही नहीं होना माइनस है कि प्लस है भाई माइनस है या प्लस है बाकी बच्चे बोलो माइनस बोली जाते हो प्लस बोली जाते ने करी की जाने हो क्वेश्चन ना अलग अलग हो बेटे क्वेश्चन भी अलग अलग हो सकते नहीं नहीं क्वेश्चन अलग अलग हो सकते ने ना हाँ बस फिर देखो ठीक है ध्यान रखो बेटे क्वेश्चन भी गलत हो सकता है मतलब क्वेश्चन तुसी कोई होर देख रहे हो ठीक है जी जीरो आ गया डिटर्मिनेंट जीरो आ गया तो यूनिक सोल्यूशन एग्जिस्ट नहीं करेगा जा करेगा नो जा करेगा इनफाइनाइटली मैनी ओके मैं चेक करांगे नाउ पुट लास्ट ਜਿਹੜਾ ਵੇਰੀਏਬਲ ਉਹਨੂੰ k ਪੁੱਟ ਕਰ ਲਾਂਗੇ ਤਾਂ ਤੁਹਾਡੇ ਕੋਲ ਇਕੁਏਸ਼ਨਸ ਕੀ ਬਣੀਆਂ ਦੇਖੋ x + y = 6 - 3k सेकेंड इक्वेशन x - 3y = -4 + 3k लास्ट इक्वेशन इज 5x - 3y = 8 - 3z क्लियर है जी 3k सॉरी क्लियर है जी कोई डाउट बेटे किसी ਨੂੰ ਬੋਲਦੇ ਹੀ ਨਹੀਂ ਓਕੇ ਉਸ ਤੋਂ ਬਾਅਦ ਫਿਰ ਉਹੀ ਦੋ ਵੇਰੀਏਬਲਸ ਕੋਈ ਦੋ ਇਕੁਏਸ਼ਨਸ ਚੱਕਣੀਆਂ ਆ ਦੋ ਇਕੁਏਸ਼ਨਸ ਲੈ ਰਿਹਾ ਮੈਂ ਤਾਂ ਕੋਫੀਸ਼ੀਐਂਟ ਮੈਟ੍ਰਿਕ ਕੀ ਹੋਗੀ 1 1 1 -3 x is xy and b is 6 - 3k 8 - 3k is it clear ਇੱਥੇ सॉरी इट्स 4 -4 + 3k सॉरी एक मिनट
इट्स -4 + 3k। ठीक है जी। सेम प्रोसीजर बाकी वाला सेम। याद रखियो बेटे, मैं अगले स्टेप च लिख रहा 1 1 1 -3। सो a is 1 1 1 -3, x is xy, b is 6 - 3k -4 + 3k। सिमिलरली जी डिटर्मिनेंट कटिया पहला, इट्स -3 -1 इज -4। कोफैक्टर्स -3 1 1 1 1 प्लस माइनस माइनस प्लस। adjoint इज ठीक है जी। इनवर्स इज दीपक आ गया। आज योगराज नहीं आया ना। adjoint दी वैल्यू -3 -1 -1 1 डिवाइडेड बाय adjoint डिटर्मिनेंट इज -4। ਹੁਣ ਇਹਨੂੰ ਕਿਤੇ ਨਾਲ ਮਲਟੀਪਲਾਈ ਕਰਾਂਗੇ b ਨਾਲ। ਅਗਰ ਆਪਾਂ a ਇਨਵਰਸ ਨੂੰ b ਨਾਲ ਕੀਤਾ b ਕਿੰਨਾ ਸੀਗਾ 6 -3k -4 + 3k -1/4 -18 + 9k -6 + 3k। ठीक है, नीचे लाइन नहीं पानी सी रजे, दोबारा ध्यान नाल कर लियो। -6 + 3k -4 + 3k -8 -6 is -8 -6 is, और इधर नीचे -10 + 6k। आंसर इज 4 नाल जो डिवाइड किया माइनस नाल किया इट्स 6 -3k ओवर इट्स 2/5 -3/2। इट्स नहीं इट्स 5/2। ठीक है जी। तो कोल किदियां वैल्यूज आ गई, एक दियां वैल्यूज आ गई एक्स एंड वाई दियां, मतलब एक्स कितना हो गया 6 -3k, वाई कितना हो गया 5/2 -3/2k, जेड कितना हो गया k। ਇਹਨੂੰ ਜਿਹੜੀ ਲਾਸਟ ਇਕੁਏਸ਼ਨ ਨਹੀਂ ਬਚੀ ਸੀ ਉਹਦੇ ਚ ਪੁੱਟ ਕਰਕੇ ਦੇਖਿਓ ਕਿ ਉਹਨੂੰ ਸੈਟੀਸਫਾਈ ਕਰ ਰਿਹਾ। ਆ ਤਿੰਨੋਂ ਵੈਲਿਊਜ਼ ਕਿਸੇ ਲਾਸਟ ਜਿਹੜੀ ਇਕੁਏਸ਼ਨ ਸੀ ਉਹਨੂੰ ਸੈਟੀਸਫਾਈ ਕਰ ਰਹੀ ਹੈ। ਦੇਖਿਓ ਕੀ ਸੀ, ਕਿ ਲਾਸਟ ਇਕੁਏਸ਼ਨ ਕੀ ਸੀ ਯਾਦ ਹੈ? ਇਟਸ 5x ਕਿੰਨਾ ਸੀਗਾ -3y + 3z = 8। ਆਹ ਸੀ ਇਹੀ ਸੀਗੀ। ਇਹਦੇ ਚ ਪੁੱਟ ਕਰਕੇ देखिए। ये कौन बोला, ये कौन बोल रहा? दीपक माइक ऑफ कर। मैं क्या पता नहीं की चल पिया है। 5 × 6 -3k -3 5/2 -3/2k प्लस k। करिए जी। 30 -15k -15/2 प्लस 9/2k प्लस k। अगर आप पूरे नाल एलसीएम लईए इट्स 60 -30k -15 प्लस 9k प्लस k ए = 8 नहीं आ रहा, नहीं आ रहा ना। लेफ्ट हैंड साइड राइट हैंड साइड इक्वल नहीं आ रही आफ्टर दिस वैल्यू। सो ਤੁਹਾਡੇ ਕੋਲ नो सोल्यूशन का कंसेप्ट है। क्लियर है? क्योंकि ਚੱਕਰ ਹੈ ਨਾ ਕਿ ਜਦੋਂ ਤੁਹਾਡੇ ਕੋਲ ਡਿਟਰਮੀਨੈਂਟ 0 ਹੋ ਜਾਂਦਾ ਹੈ ਤਾਂ ਤੁਹਾਡੇ ਕੋਲ ਦੋ ਕੇਸਿਸ ਅਰਾਈਜ਼ ਹੁੰਦੇ ਆ, ਜਾਂ
ਇਨਫਾਈਨਾਈਟ ਜਾਂ ਹੁੰਦਾ ਨੋ ਸੋਲੂਸ਼ਨ। ਅਗਰ ਇਨਫਾਈਨਾਈਟ ਹੋਏਗਾ ਤਾਂ ਆਬਵੀਅਸਲੀ ਉਹਨੂੰ ਸੈਟੀਸਫਾਈ ਕਰੇਗਾ ਨੰਬਰ ਆਫ ਸੋਲੂਸ਼ਨਸ। ਸੈਟਿਸਫੈਕਸ਼ਨ ਨਹੀਂ ਤੁਹਾਨੂੰ ਦੱਸੇਗੀ, ਸੈਟਿਸਫੈਕਟਰੀ ਕੰਡੀਸ਼ਨ ਨਹੀਂ ਤੁਹਾਨੂੰ ਦੱਸੇਗੀ ਕਿ ਇਨਕਨਸਿਸਟੈਂਟ ਹੈ ਜਾਂ ਨੋ ਹੈ। ਪ੍ਰੋਸੀਜਰ ਦੋਨਾਂ ਦਾ ਸੇਮ ਹੈ। ਹਾਂਜੀ ਕਲੀਅਰ ਹੈ ਜੀ ਸਾਰਿਆਂ ਨੂੰ? ਐਨੀ ਡਾਊਟ? ਕੋਈ ਡਾਊਟ ਬੇਟੇ? ਸ਼ਾਬਾਸ਼। ਕਿਹੜਾ ਡਾਊਟ ਹੈ?